ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਵਿੱਚ। ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਆਪਣੇ ਉਹਨਾਂ ਮਹਾਨ ਸੂਰਬੀਰਾਂ ਬਾਰੇ, ਉਹਨਾਂ ਮਹਾਨ ਯੋਧਿਆਂ ਬਾਰੇ ਜਿਨ੍ਹਾਂ ਦੇ ਨਾਮ ਦੀ ਧੱਕ ਕਦੇ ਕਾਬਲ ਤੇ ਪਿਸ਼ਾਵਰ ਤੱਕ ਪੈਂਦੀ ਹੁੰਦੀ ਸੀ, ਜਿਨ੍ਹਾਂ ਦੇ ਨਾਮ ਸੁਣ ਸੁਣ ਕੇ ਵੱਡੇ ਵੱਡੇ ਹਾਕਮ ਕਾਬਲ ਦੀ ਧਰਤੀ ਤੱਕ ਕੰਬਦੇ ਹੁੰਦੇ ਸਨ। ਕਿਉਂਕਿ ਕਦੇ ਉਹ ਸਮਾਂ ਸੀ ਜਦੋਂ ਫੌਜਾਂ ਚੜ੍ਹ ਕੇ ਹਿੰਦੁਸਤਾਨ ਨੂੰ ਆ ਕੇ ਲੁੱਟਦੀਆਂ ਹੁੰਦੀਆਂ ਸਨ। ਦਰਾ ਖੈਬਰ ਆਦਿਕ ਤੋਂ ਲੰਘ ਕੇ ਫੌਜਾਂ ਜਿਹੜੀਆਂ ਨੂੰ ਪੰਜਾਬ ਵੱਲ ਆਉਂਦੀਆਂ ਹੁੰਦੀਆਂ ਸਨ। ਸੰਨ 712 ਈਸਵੀ ਦੇ ਵਿੱਚ ਮੁਹੰਮਦ ਬਿਨ ਕਾਸਮ ਆਇਆ, ਉਹਨੇ ਭਾਰਤ ਨੂੰ ਲੁੱਟਿਆ। ਉਸ ਤੋਂ ਬਾਅਦ ਮੁਹੰਮਦ ਗਜ਼ਨਵੀ ਆਇਆ, ਕਦੇ ਬਾਬਰ ਆਇਆ, ਕਦੇ ਅਹਿਮਦ ਸ਼ਾਹ ਅਬਦਾਲੀ ਆਇਆ, ਕਦੇ ਨਾਦਰ ਸ਼ਾਹ ਆਇਆ। ਕਿੰਨੇ ਹੀ ਹਾਕਮ ਆਉਂਦੇ ਰਹੇ ਤੇ ਲੁੱਟਦੇ ਰਹੇ। ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਸਮਿਆਂ 'ਚ ਨਾ ਪੰਜਾਬ 'ਚ ਇੱਕ ਖਾਣ ਵੀ ਪ੍ਰਚਲਿਤ ਹੁੰਦਾ ਸੀ। ਲੋਕ ਕਹਿੰਦੇ ਹੁੰਦੇ ਸਨ ਵੀ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਵੀ ਖਾ ਪੀ ਲਵੋ, ਜੋ ਕੁਝ ਹੈ ਬਸ ਉਹ ਮਾਣ ਲਵੋ, ਕਿਉਂਕਿ ਕੋਈ ਪਤਾ ਨਹੀਂ ਜੇ ਫਸਲ ਪੱਕ ਗਈ ਹੈ ਵੱਢਣੀ ਵੀ ਹੈ ਕਿ ਨਹੀਂ, ਕਿਉਂਕਿ ਕੋਈ ਪਤਾ ਨਹੀਂ ਕਿਹੜੇ ਸ਼ਾਸਕ ਨੇ ਕਦੋਂ ਚੜ੍ਹ ਕੇ ਆ ਜਾਣਾ। ਪੱਛਮ ਵੱਲੋਂ ਫੌਜ ਚੜ੍ਹ ਕੇ ਆ ਜਾਏਗੀ ਤੇ ਫਸਲ ਬੀਜੀ ਅਸਾਂ ਹੈ, ਮਿਹਨਤ ਅਸਾਂ ਕੀਤੀ ਹੈ, ਵੱਢਣੀ ਵੀ ਮਿਲਣੀ ਹੈ ਕਿ ਨਹੀਂ, ਪਤਾ ਨਹੀਂ ਕਿੰਨੇ ਵੱਢਣੀ ਹੈ। ਇਸ ਕਰਕੇ ਜੇ ਭੜੋਲਿਆਂ 'ਚ ਦਾਣੇ ਪਾ ਵੀ ਲਏ ਨੇ ਨਾ, ਇਹ ਜ਼ਰੂਰੀ ਨਹੀਂ ਕਿ ਖਾਣੇ ਵੀ ਮਿਲਣਗੇ। ਕੋਈ ਪਤਾ ਨਹੀਂ ਕਿਹੜਾ ਮੁਹੰਮਦ ਗਜ਼ਨਵੀ ਕਦੋਂ ਚੜ੍ਹ ਕੇ ਆ ਜਾਏ, ਕਿਹੜਾ ਹਾਕਮ ਕਾਬਲ ਕੰਧਾਰ ਵੱਲੋਂ ਪਿਸ਼ਾਵਰ ਵੱਲੋਂ ਚੜ੍ਹ ਕੇ ਆ ਜਾਏ ਤੇ ਸਾਡੀਆਂ ਫਸਲਾਂ ਨੂੰ ਉਜਾੜ ਦੇਵੇ। ਫੌਜਾਂ ਚੜ੍ਹ ਕੇ ਆਉਂਦੀਆਂ ਹੁੰਦੀਆਂ ਸਨ, ਪਿੰਡਾਂ ਵਿੱਚ ਹਰੀਆਂ ਫਸਲਾਂ ਨੂੰ ਉਜਾੜ ਦਿੰਦੇ ਸਨ। ਫੌਜਾਂ ਜਿਹਦੀ ਮਰਜ਼ੀ ਫਸਲ ਜਾ ਕੇ ਹਰੀ ਪੱਕੀ ਸਭ ਕੁਝ ਵੱਢ ਲੈਂਦੇ ਸਨ। ਕੋਈ ਉਹਨਾਂ ਦਾ ਹੱਥ ਜਿਹੜਾ ਨਹੀਂ ਸੀ ਰੋਕ ਸਕਦਾ, ਕੋਈ ਉਹਨਾਂ ਦੇ ਘੋੜਿਆਂ ਦੀ ਲਗਾਮ ਫੜ ਕੇ ਨਹੀਂ ਸੀ ਰੋਕ ਸਕਦਾ ਵੀ ਤੁਸੀਂ ਫਸਲ ਸਾਡੀ ਕਿਉਂ ਉਜਾੜ ਰਹੇ ਹੋ, ਕਿਉਂ ਸਾਡੀ ਕੀਤੀ ਹੋਈ ਮਿਹਨਤ ਦੇ ਉੱਤੇ ਪਾਣੀ ਫੇਰ ਰਹੇ ਹੋ। ਕਿਸੇ ਦੀ ਇੰਨੀ ਜ਼ਰੂਰਤ ਨਹੀਂ ਸੀ ਪੈਂਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਤਰ੍ਹਾਂ ਦਾ ਖਾਲਸਾ ਪੈਦਾ ਕੀਤਾ ਜਿਨ੍ਹਾਂ ਨੇ ਇਹਨਾਂ ਦਾ ਡਟ ਕੇ ਵਿਰੋਧ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਖਾਲਸਾ ਰਾਜ ਜਿਹੜਾ ਉਹ ਸਥਾਪਿਤ ਹੋਇਆ। ਕਦੇ ਉਹ ਟਾਈਮ ਸੀ ਕਾਬਲ ਕੰਧਾਰ ਤੋਂ ਸਾਡੇ ਪੰਜਾਬ ਦੇ ਹਿੰਦੁਸਤਾਨ ਦੇ ਲੋਕ ਡਰਦੇ ਹੁੰਦੇ ਸੀ ਵੀ ਕੋਈ ਪਤਾ ਨਹੀਂ ਫੌਜ ਕਦੋਂ ਚੜ੍ਹ ਕੇ ਆ ਜਾਣੀ ਹੈ। ਪਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਉਹ ਟਾਈਮ ਵੀ ਆਇਆ ਜਦੋਂ ਕਾਬਲ ਕੰਧਾਰ ਦੇ ਲੋਕ ਡਰਦੇ ਹੁੰਦੇ ਸੀ ਵੀ ਕਿਤੇ ਖਾਲਸਾ ਰਾਜ ਵੱਲੋਂ ਫੌਜ ਸਾਡੇ ਤੇ ਨਾ ਚੜ੍ਹ ਕੇ ਆ ਜਾਏ। ਕਦੇ ਕਾਬਲ ਕੰਧਾਰ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਹਰੀਆ ਰਾਗਲੇ ਸਰਦਾਰ ਹਰੀ ਸਿੰਘ ਨਲਵਾ ਆ ਜਾਏਗਾ ਰਾਤ ਨੂੰ ਇਹ ਕਹਿ ਕੇ ਸਵਾਉਂਦੀਆਂ ਹੁੰਦੀਆਂ ਸਨ। ਸੋ ਇਸ ਤਰ੍ਹਾਂ ਦਾ ਖੌਫ ਉਹਨਾਂ ਦੇ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਉਹ ਖਾਲਸਾ ਰਾਜ ਦਾ ਪੈ ਗਿਆ। ਸੰਨ 1823 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਨੌਸ਼ਹਿਰੇ ਦਾ ਜੰਗ ਫਤਿਹ ਕੀਤਾ। ਅਜ਼ੀਮ ਖਾਨ 25,000 ਦੀ ਗਿਣਤੀ ਵਿੱਚ ਫੌਜ ਲੈ ਕੇ ਆਇਆ ਸੀ ਤੇ 40 ਤੋਹਫਾਂ ਉਹਦੇ ਨਾਲ ਸਨ। ਬੜਾ ਵੱਡਾ ਜੰਗ ਨੌਸ਼ਹਿਰੇ ਦੇ ਮੈਦਾਨ ਵਿੱਚ ਹੋਇਆ ਸੀ। ਕਾਲੀ ਬਾਬਾ ਫੂਲਾ ਸਿੰਘ ਨੌਸ਼ਹਿਰੇ ਦੇ ਮੈਦਾਨ ਵਿੱਚ ਹੀ ਸ਼ਹੀਦ ਹੋਏ ਸਨ, ਜਿਨ੍ਹਾਂ ਨੇ ਬਿਨਾਂ ਤੋਹਫਾਂ ਦੇ ਗੋਲਿਆਂ ਦੀ ਪਰਵਾਹ ਕਰਨ ਤੋਂ, ਬਿਨਾਂ ਗੋਲੀਆਂ ਦੀ ਪਰਵਾਹ ਤੋਂ, ਬਿਨਾਂ ਕਿਸੇ ਗੋਲੀ ਦੀ ਪਰਵਾਹ ਤੋਂ ਮੈਦਾਨੇ ਜੰਗ ਵਿੱਚ ਜਾ ਕੇ ਜਿਹੜੇ ਗਾਜ਼ੀਆਂ ਦੇ ਪੈਰ ਜਿਹੜਾ ਉਹ ਖੇੜ ਕੇ ਸੁੱਟ ਦਿੱਤੇ ਤੇ ਉਹਨਾਂ ਨੂੰ ਵਾਪਸ ਕਾਬਲ ਵੱਲ ਜਿਹੜਾ ਉਹ ਧਕੇਲ ਦਿੱਤਾ। ਤੇ ਜਦੋਂ ਇਹ ਬਹੁਤ ਸਾਰੇ ਗਾਜ਼ੀ ਜਾਨਾਂ ਬਚਾ ਕੇ ਵਾਪਸ ਨੌਸ਼ਹਿਰੇ ਦੇ ਮੈਦਾਨ ਵਿੱਚੋਂ ਕਾਬਲ ਵੱਲ ਭੱਜੇ ਤੇ ਇਹਨਾਂ ਦੇ ਵਿੱਚ ਇੱਕ ਮੁੱਲਾ ਰਸ਼ੀਦ ਵੀ ਸੀ। ਮੁੱਲਾ ਰਸ਼ੀਦ ਬਾਰੇ ਇਹ ਜ਼ਿਕਰ ਮਿਲਦਾ ਕਿਉਂਕਿ ਉਹਨਾਂ ਸਮਿਆਂ 'ਚ ਪਸ਼ਤੋ ਬੋਲੀ ਵਿੱਚ ਇਸ ਤਰ੍ਹਾਂ ਦੀਆਂ ਬੜੀਆਂ ਕਹਾਵਤਾਂ, ਖਾਣ ਜਾਂ ਇੱਕ ਤਰ੍ਹਾਂ ਦੇ ਮਜ਼ਾਕ ਬੜੇ ਪ੍ਰਚਲਿਤ ਸਨ। ਸਿੱਖਾਂ ਬਾਰੇ, ਸਿੱਖ ਰਾਜ ਬਾਰੇ, ਖਾਲਸਾ ਰਾਜ ਬਾਰੇ, ਕਾਲੀ ਬਾਬਾ ਫੂਲਾ ਸਿੰਘ ਬਾਰੇ, ਸਰਦਾਰ ਹਰੀ ਸਿੰਘ ਜੀ ਨਲਵਾ ਬਾਰੇ। ਇਹ ਜਿਹੜਾ ਮੁੱਲਾ ਰਸ਼ੀਦ ਸੀ ਇਹ ਬੜਾ ਮਜ਼ਾਕੀਆ ਤਬੀਅਤ ਦਾ ਮਾਲਕ ਸੀ। ਜਦੋਂ ਇਹ ਕਾਬਲ ਪਹੁੰਚਿਆ ਤੇ ਇੱਕ ਦਿਨ ਇਹਨੂੰ ਕਿਸੇ ਨੇ ਪੁੱਛਿਆ ਬਈ ਮੁੱਲਾ ਰਸ਼ੀਦ ਤੂੰ ਵੀ ਨੌਸ਼ਹਿਰੇ ਦੇ ਮੈਦਾਨ ਵਿੱਚ ਲੜਨ ਵਾਸਤੇ ਗਿਆ ਸੀ? ਤੇ ਕਹਿਣ ਲੱਗਾ ਵੀ ਮੈਂ ਵੀ ਨੌਸ਼ਹਿਰੇ ਦੇ ਮੈਦਾਨ ਵਿੱਚ ਸਿੱਖਾਂ ਦੇ ਵਿਰੋਧ ਵਿੱਚ ਲੜਨ ਵਾਸਤੇ ਗਿਆ ਸੀ, ਸਿੱਖਾਂ ਦੇ ਵਿਰੋਧ ਵਿੱਚ ਲੜਨ ਵਾਸਤੇ ਗਿਆ ਸੀ, ਪਰ ਸ਼ੁਕਰ ਹੈ ਉਸ ਖੁਦਾ ਦਾ ਕਿ ਮੇਰੀ ਜਾਨ ਬਚ ਗਈ। ਤੇ ਆਪਣੇ ਪੈਰਾਂ ਵੱਲ ਇਸ਼ਾਰਾ ਕਰਦੇ ਆਖਿਆ ਕਿ ਮੈਂ ਆਪਣੇ ਪੈਰਾਂ ਤੋਂ ਸਦਕੇ ਜਾਨਾ, ਕੁਰਬਾਨ ਜਾਨਾ, ਜਿਨ੍ਹਾਂ ਨੇ ਮੇਰੀ ਜਾਨ ਬਚਾ ਦਿੱਤੀ। ਜੇ ਮੇਰੇ ਪੈਰ ਮੇਰਾ ਸਾਥ ਨਾ ਦਿੰਦੇ ਵਾਪਸ ਭੱਜਣ ਵਿੱਚ, ਨੌਸ਼ਹਿਰੇ ਦੇ ਮੈਦਾਨ ਵਿੱਚੋਂ ਵਾਪਸ ਭੱਜ ਕੇ ਕਾਬਲ ਤੱਕ ਆਉਣ ਵਿੱਚ, ਤੇ ਮੈਂ ਵੀ ਉਹਨਾਂ ਹਜ਼ਾਰਾਂ ਆਪਣੇ ਸਾਥੀਆਂ ਵਾਂਗ ਕੁਤਰਿਆ ਜਾਣਾ ਸੀ ਜਿਹੜੇ ਕਾਲੀ ਬਾਬਾ ਫੂਲਾ ਸਿੰਘ, ਸਰਦਾਰ ਹਰੀ ਸਿੰਘ ਦੇ ਨਲਵੇ ਦੇ ਹੱਥੋਂ ਜਿਹੜਾ ਉਹ ਨੌਸ਼ਹਿਰੇ ਦੇ ਮੈਦਾਨ ਵਿੱਚ ਕੁਤਰੇ ਗਏ। ਤੇ ਇੱਕ ਬੰਦੇ ਨੇ ਕਾਬਲ ਵਿੱਚ ਇਹ ਵੀ ਪੁੱਛਿਆ ਸੀ ਉਸ ਮੁੱਲਾ ਰਸ਼ੀਦ ਤੋਂ ਵੀ ਜੇ ਕਦੇ ਦੁਬਾਰਾ ਮੌਕਾ ਬਣ ਜਾਏ ਸਿੱਖਾਂ ਨਾਲ ਲੜਨ ਦਾ ਤੇ ਲੜੋਗੇ? ਤੇ ਮੁੱਲਾ ਰਸ਼ੀਦ ਕਹਿਣ ਲੱਗਾ ਵੀ ਕੰਨਾਂ ਨੂੰ ਹੱਥ ਲਾ ਕੇ ਕਹਿਣ ਲੱਗਾ ਵੀ ਵੈਸੇ ਤਾਂ ਮੈਂ
ਸਿੱਖਾਂ ਨਾਲ ਲੜਨ ਦਾ ਜਿਹੜਾ ਖਿਆਲ ਹੈ ਛੱਡ ਦਿੱਤਾ ਹੈ, ਪਰ ਇੱਕ ਤਰੀਕੇ ਨਾਲ ਮੈਂ ਲੜ ਸਕਦਾ। ਤੇ ਉਹ ਸੱਜਣ ਨੇ ਅੱਗੇ ਸਵਾਲ ਕੀਤਾ ਕਿਸ ਤਰੀਕੇ ਨਾਲ, ਤੇ ਮੁੱਲਾ ਰਸ਼ੀਦ ਕਹਿਣ ਲੱਗਾ ਵੀ ਜੇ ਮੇਰੇ ਕੋਲ ਇਸ ਤਰ੍ਹਾਂ ਦਾ ਬਹੁਤ ਸਾਰਾ ਲੰਬਾ ਨੇਜ਼ਾ ਹੋਵੇ ਨਾ, ਜਾਂ ਮੈਨੂੰ ਇਸ ਤਰ੍ਹਾਂ ਦਾ ਲੰਬਾ ਨੇਜ਼ਾ ਤਿਆਰ ਕਰਕੇ ਦੇ ਦਿੱਤਾ ਜਾਵੇ, ਜਾਂ ਇਸ ਤਰ੍ਹਾਂ ਹੋ ਸਕੇ ਕਿ ਇੰਨਾ ਲੰਬਾ ਨੇਜ਼ਾ ਹੋਵੇ ਵੀ ਮੈਂ ਆਪਣੇ ਘਰ ਦੀ ਛੱਤ ਤੋਂ ਖੜ ਕੇ ਜਾਂ ਆਪਣੇ ਇਥੋਂ ਕਾਬਲ ਸ਼ਹਿਰ ਵਿੱਚੋਂ ਖੜ ਕੇ ਬਹੁਤ ਸਾਰੇ ਲੰਬੇ ਨੇਜ਼ੇ ਨਾਲ ਪੰਜਾਬ ਵਿੱਚ ਜੰਗ ਹੋ ਰਿਹਾ ਹੋਵੇ, ਜਾਂ ਨੌਸ਼ਹਿਰੇ ਦੇ ਮੈਦਾਨ ਵਿੱਚ ਜੰਗ ਹੋ ਰਿਹਾ ਹੋਵੇ, ਪਿਸ਼ਾਵਰ ਵਿੱਚ ਜੰਗ ਹੋ ਰਿਹਾ ਹੋਵੇ, ਤੇ ਇਥੋਂ ਕਾਬਲ ਵਿੱਚੋਂ ਖੜ ਕੇ ਸਿੱਖਾਂ ਦਾ ਸ਼ਿਕਾਰ ਕਰ ਸਕਾਂ। ਉਹਨਾਂ ਦੇ ਸਾਹਮਣੇ ਤਾਂ ਮੈਂ ਨਹੀਂ ਲੜ ਸਕਦਾ, ਉਹਨਾਂ ਦੇ ਸਾਹਮਣੇ ਲੜਨ ਦੀ ਤਾਂ ਮੇਰੇ 'ਚ ਜ਼ਰੂਰਤ ਹੀ ਹੈ ਨਹੀਂ, ਪਰ ਇਸ ਤਰ੍ਹਾਂ ਦਾ ਲੰਬਾ ਨੇਜ਼ਾ ਹੋਵੇ ਜਿਹਦੇ ਨਾਲ ਮੈਂ ਇੱਥੋਂ ਖੜ ਕੇ ਉਹਨਾਂ ਨੂੰ ਮਾਰ ਸਕਾਂ ਤੇ ਮੁਕਾਬਲਾ ਕਰ ਸਕਾਂ, ਇਸ ਤਰ੍ਹਾਂ ਤੇ ਮੈਂ ਲੜ ਸਕਦਾ, ਪਰ ਹੋਰ ਮੇਰੇ ਕੋਲ ਕੋਈ ਤਰੀਕਾ ਨਹੀਂ। ਤੇ ਇੱਕ ਹੋਰ ਬੜਾ ਮਜ਼ਾਕ ਜਿਹੜਾ ਮੁੱਲਾ ਰਸ਼ੀਦ ਦਾ ਕਾਬਲ ਤੇ ਪਿਸ਼ਾਵਰ ਦੇ ਇਲਾਕੇ 'ਚ ਪ੍ਰਸਿੱਧ ਸੀ। ਕਹਿੰਦੇ ਇੱਕ ਵਾਰੀ ਨਾ ਕਾਬਲ ਦੇ ਵਿੱਚ ਉੱਥੋਂ ਦਾ ਜਿਹੜਾ ਹਾਕਮ ਸੀ ਉਹਦਾ ਦਰਬਾਰ ਲੱਗਿਆ ਹੋਇਆ ਸੀ, ਤੇ ਮੁੱਲਾ ਰਸ਼ੀਦ ਵੀ ਉੱਥੇ ਕੁਦਰਤੀ ਬੈਠਾ ਸੀ, ਤੇ ਉਹਨੇ ਪੁੱਛਿਆ, ਗੱਲਬਾਤ ਹੋਈ, ਤੇ ਕਹਿਣ ਲੱਗਾ ਮੁੱਲਾ ਰਸ਼ੀਦ ਨੂੰ, ਕਹਿੰਦਾ ਵੀ ਕਿੰਨਾ ਚੰਗਾ ਹੁੰਦਾ ਜਿਹੜਾ ਸਾਡਾ ਕਿਲਾ ਸੀ ਪਿਸ਼ਾਵਰ ਵਿੱਚ ਬਣਵਾਇਆ ਸੀ ਉਹ ਸਿੱਖ ਰਾਜ ਦੇ ਅਧੀਨ ਆ ਗਿਆ, ਖਾਲਸਾ ਰਾਜ ਨੇ ਉੱਤੇ ਕਬਜ਼ਾ ਕਰ ਲਿਆ, ਕਿੰਨਾ ਚੰਗਾ ਹੁੰਦਾ ਉਹ ਕਿਲਾ ਸਾਡਾ ਕਾਬਲ ਦੇ ਵਿੱਚ ਹੁੰਦਾ, ਤੇ ਜਦੋਂ ਵੀ ਅਸੀਂ ਕੋਈ ਜੰਗ ਫਤਿਹ ਕਰਨ ਵਾਸਤੇ ਜਾਂਦੇ ਉਹਦੇ ਵਿੱਚ ਸਾਨੂੰ ਉੱਥੋਂ ਮਦਦ ਮਿਲਦੀ, ਜਾਂ ਕੋਈ ਫੌਜ ਕਾਬਲ ਵੱਲ ਚੜ੍ਹ ਕੇ ਆਉਂਦੀ ਤੇ ਉਸ ਕਿਲੇ ਤੋਂ ਸਾਨੂੰ ਹੈਲਪ ਮਿਲਦੀ। ਇਸ ਕਰਕੇ ਬੜਾ ਪਛਤਾਵਾ ਹੈ ਕਿ ਉਹ ਕਿਲਾ ਸਾਡਾ ਪਿਸ਼ਾਵਰ ਵਿੱਚ ਰਹਿ ਗਿਆ। ਤੇ ਮੁੱਲਾ ਰਸ਼ੀਦ ਅੱਗੋਂ ਮਜ਼ਾਕੀਆ ਤਬੀਅਤ ਵਿੱਚ ਆ ਕੇ ਕਹਿਣ ਲੱਗੇ, ਹੱਸ ਕੇ ਕਹਿਣ ਲੱਗੇ ਵੀ ਕਿਲਾ ਇੱਥੇ ਲਿਆਂਦਾ ਜਾ ਸਕਦਾ ਹੈ, ਪਿਸ਼ਾਵਰ ਤੋਂ ਕਿਲਾ ਕਾਬਲ ਵਿੱਚ ਲਿਆਂਦਾ ਜਾ ਸਕਦਾ, ਕੋਈ ਔਖੀ ਗੱਲ ਨਹੀਂ। ਤੇ ਉਸ ਹਾਕਮ ਨੇ ਪੁੱਛਿਆ ਵੀ ਕਿਵੇਂ, ਤੇ ਮੁੱਲਾ ਰਸ਼ੀਦ ਅੱਗੋਂ ਮਜ਼ਾਕੀਆ ਤਬੀਅਤ ਵਿੱਚ ਕਹਿਣ ਲੱਗੇ, ਕਹਿੰਦਾ ਇਸ ਤਰ੍ਹਾਂ, ਕੁਝ ਕੁ ਸੌ ਸੈਨਿਕ ਤੁਸੀਂ ਮੇਰੇ ਨਾਲ ਭੇਜੋ, ਉਹਨਾਂ ਨੂੰ ਉਸ ਕਿਲੇ ਦੀ ਦੀਵਾਰਾਂ ਦੇ ਨਾਲ ਖੜਾ ਕਰਕੇ ਨਾ ਤੇ ਲੱਕ ਨੂੰ ਰੱਸੇ ਪਾ ਕੇ ਤੇ ਉਹਨਾਂ ਦੀਵਾਰਾਂ ਦੇ ਨਾਲ ਬੰਨ੍ਹ ਦਿਆਂਗੇ। ਤੇ ਉਹ ਹਾਕਮ ਪੁੱਛਣ ਲੱਗਾ ਫਿਰ ਕੀ ਕੀਤਾ ਜਾਏਗਾ, ਤੇ ਕਹਿੰਦਾ ਕੁਝ ਕੁ ਸੈਨਿਕ ਜਦੋਂ ਉੱਥੇ ਅਸੀਂ ਦੀਵਾਰਾਂ ਨਾਲ ਬੰਨ੍ਹ ਦਿਆਂਗੇ ਨਾ, ਤੇ ਇੱਕ ਜਣਾ ਪਿੱਛੋਂ ਰੌਲਾ ਪਾ ਦੇਗਾ ਵੀ ਕਾਲੀ ਬਾਬਾ ਫੂਲਾ ਸਿੰਘ ਆਪਣੀ ਫੌਜ ਲੈ ਕੇ ਆ ਗਏ, ਸਰਦਾਰ ਹਰੀ ਸਿੰਘ ਨਲਵਾ ਆ ਗਿਆ, ਮਹਾਰਾਜਾ ਰਣਜੀਤ ਸਿੰਘ ਆਪਣੀ ਖਾਲਸਾ ਫੌਜ ਲੈ ਕੇ ਆ ਗਏ। ਤੇ ਜਦੋਂ ਇਹ ਗੱਲ ਤੇਰੇ ਸੈਨਿਕ ਸੁਣਨਗੇ ਨਾ, ਜਿਵੇਂ ਨੌਸ਼ਹਿਰੇ ਦੇ ਮੈਦਾਨ ਵਿੱਚੋਂ ਡਰਦੇ ਹੋਏ ਕਾਲੀ ਬਾਬਾ ਫੂਲਾ ਸਿੰਘ ਤੇ ਸਰਦਾਰ ਹਰੀ ਸਿੰਘ ਨਲਵੇ ਤੋਂ ਭੱਜੇ ਸੀ, ਇਹਨਾਂ ਡਰਦਿਆਂ ਨੇ ਪਿਸ਼ਾਵਰ ਤੋਂ ਕਾਬਲ ਵੱਲ ਭੱਜਣਾ। ਜਦੋਂ ਵਾਪਸ ਭੱਜਣਗੇ ਤੇ ਕਿਉਂਕਿ ਇਹ ਰੱਸਿਆਂ ਦੇ ਨਾਲ ਇਹਨਾਂ ਨੂੰ ਕਿਲੇ ਦੀਆਂ ਦੀਵਾਰਾਂ ਨਾਲ ਬੰਨਿਆ ਹੋਏਗਾ, ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਇੰਨਾ ਡਰ ਜਾਣਗੇ, ਘਬਰਾ ਜਾਣਗੇ, ਇਹ ਕਿਲੇ ਨੂੰ ਵੀ ਖਿੱਚ ਕੇ ਪਿਸ਼ਾਵਰ ਤੋਂ ਕਾਬਲ ਤੱਕ ਲੈ ਆਉਣਗੇ। ਜਿੰਨੇ ਵੀ ਉੱਥੇ ਲੋਕ ਬੈਠੇ ਸੀ ਤਾੜੀਆਂ ਮਾਰ ਕੇ ਹੱਸਣ ਲੱਗ ਪਏ। ਹਾਲਾਂਕਿ ਇਹ ਮਜ਼ਾਕ ਸੀ ਮੁੱਲਾ ਰਸ਼ੀਦ ਦਾ, ਪਰ ਇਸ ਮਜ਼ਾਕ ਦੇ ਵਿੱਚੋਂ ਇਹ ਗੱਲ ਝਲਕਦੀ ਹੈ ਕਿ ਉਹਨਾਂ ਲੋਕਾਂ ਦੇ ਅੰਦਰ ਕਾਲੀ ਬਾਬਾ ਫੂਲਾ ਸਿੰਘ ਜੀ ਦਾ ਤੇ ਸਰਦਾਰ ਹਰੀ ਸਿੰਘ ਨਲਵੇ ਜੀ ਦਾ ਕਿੰਨਾ ਡਰ ਸੀ। ਇਸ ਮਜ਼ਾਕ ਦੇ ਵਿੱਚੋਂ ਵੀ ਇਹ ਗੱਲ ਝਲਕਦੀ ਹੈ। ਸੋ ਕਦੇ ਸਾਡੇ ਸਿੱਖ ਸੂਰਮਿਆਂ ਤੋਂ ਕਾਬਲ ਕੰਧਾਰ ਕੰਬਦਾ ਹੁੰਦਾ ਸੀ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਰ ਦਿਓ, ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।